ਜਿਵੇਂ ਆਪਾਂ ਇਲਾਸਟਿਸਿਟੀ ਕਰ ਰਹੇ ਹਾਂ, ਇਲਾਸਟਿਸਿਟੀ ਕਿਉਂ ਹੁੰਦੀ ਆ ਉਹ ਮੈਂ ਤੁਹਾਨੂੰ ਪਹਿਲੇ ਦਿਨ ਦੱਸਿਆ ਸੀ ਵੀ ਜਿਹੜੇ ਵੀ ਸਬਸਟੈਂਸ, ਜਿਹੜੇ ਵੀ ਮਟੀਰੀਅਲ ਆ ਉਹ ਸਾਰੇ ਐਟਮਸ ਦੇ ਬਣੇ ਹੋਏ ਆ, ਅਤੇ ਐਟਮਸ ਆ ਜਿਹੜੇ ਉਹ ਇੱਕ ਪੈਟਰਨ ਦੇ ਵਿੱਚ ਅਰੇਂਜਡ ਹੁੰਦੇ ਆ ਵਿਦਨ ਦੈਟ ਸਬਸਟੈਂਸ। ਉਹ ਪੈਟਰਨ ਆ ਜਿਹੜਾ ਉਹ ਕਿਊਬਿਕ ਵੀ ਹੋ ਸਕਦਾ, ਹੈਕਸਾਗਨਲ ਵੀ ਹੋ ਸਕਦਾ, ਡਿਪੈਂਡਿੰਗ ਅਪੋਨ ਦੀ ਮਟੀਰੀਅਲ। ਜਿੱਦਾਂ ਦਾ ਮਟੀਰੀਅਲ ਆ, ਲੋਹੇ ਦੇ ਹੋਰ ਤਰ੍ਹਾਂ ਹੋਣਗੇ, ਸੋਨੇ ਦੇ ਹੋਰ ਤਰ੍ਹਾਂ ਹੋਣਗੇ, ਕਾਰਬਨ ਦੇ ਹੋਰ ਤਰ੍ਹਾਂ ਹੋਣਗੇ, ਹਾਈਡਰੋਜਨ ਦੇ ਹੋਰ ਤਰ੍ਹਾਂ ਹੋਣਗੇ। ਸਾਰੇ ਜਿੰਨੇ ਐਲੀਮੈਂਟ ਆ ਤੁਹਾਡੀ ਕਲਾਸ 'ਚ ਇੱਥੇ ਪੀਰੀਓਡਿਕ ਟੇਬਲ ਲੱਗਿਆ ਹੋਇਆ, ਇਹ ਜਿੰਨੇ ਐਲੀਮੈਂਟ ਨੇ ਸਾਰੇ ਉਹੀ ਐਲੀਮੈਂਟ ਆ ਜਿਹੜੇ ਧਰਤੀ 'ਤੇ ਜਾਂ ਹਵਾ ਦੇ ਵਿੱਚ ਜਾਂ ਪਾਣੀ ਦੇ ਵਿੱਚ, ਸਮੁੰਦਰ ਦੀ ਗਹਿਰਾਈ 'ਚ ਹੁਣ ਤੱਕ ਜਿਹੜੇ ਇਨਸਾਨ ਲੱਭ ਚੁੱਕਿਆ। ਆਹ ਸਾਰੇ ਜਿਹੜੇ ਲਿਖੇ ਆ ਉਹਨਾਂ ਦੇ ਸਿੰਬਲ ਲਿਖੇ ਆ ਨਾ, ਤਾਂ ਇਹ ਸਾਰੇ ਉਹ ਨੇ। ਤੁਹਾਡੀ ਕਿਤਾਬ ਦੇ ਵਿੱਚ ਵੀ ਪੀਰੀਓਡਿਕ ਟੇਬਲ ਬਣਿਆ ਹੋਊਗਾ, ਕੈਮਿਸਟਰੀ ਵਾਲੀ ਕਿਤਾਬ 'ਚ ਪ੍ਰੋਬੇਬਲੀ ਹੋਊਗਾ, ਤਾਂ ਉਹ ਤੁਸੀਂ ਦੇਖ ਸਕਦੇ ਹੋ ਵੀ ਇਹ ਐਲੀਮੈਂਟ ਨੇ ਸਾਰੇ। ਅਤੇ ਜਿਹੜੇ ਇਲਾਸਟਿਸਿਟੀ ਸ਼ੋਅ ਕਰਦੇ ਨੇ ਉਹਨਾਂ ਦੇ ਵਿੱਚ ਕੀ ਖਾਸ ਗੱਲ ਹੁੰਦੀ ਆ, ਉਹਨਾਂ ਦੇ ਜਿਹੜੇ ਬੌਂਡ ਬਣੇ ਹੁੰਦੇ ਆਪਸ ਦੇ ਵਿੱਚ, ਕੋਵਲੈਂਟ ਬੌਂਡਸ, ਉਹ ਜਸਟ ਲਾਈਕ ਐਕਟ ਕਰਦੇ ਆ ਸਪਰਿੰਗਸ ਦੀ ਤਰ੍ਹਾਂ। ਜਿਵੇਂ ਆਪਾਂ ਦੋ ਚੀਜ਼ਾਂ ਦੇ ਵਿੱਚ ਸਪਰਿੰਗ ਲਾ ਦਈਏ ਤਾਂ ਉਹ ਖਿੱਚੀ ਵੀ ਜਾ ਸਕਦੀ ਆ, ਕੰਪਰੈਸ ਵੀ ਹੋ ਸਕਦੀ ਆ, ਠੀਕ ਆ। ਸੋ ਦ ਬੌਂਡਸ ਬਿਟਵੀਨ ਦੀ ਐਟਮਸ ਆਫ ਐਲੀਮੈਂਟਸ ਐਕਟਸ ਲਾਈਕ ਸਪਰਿੰਗਸ, ਕਲੀਅਰ। ਸੋ ਇਸੇ ਕਰਕੇ ਕੁਝ ਚੀਜ਼ਾਂ ਖਿੱਚੀਆਂ ਜਾਂਦੀਆਂ ਨੇ, ਕੁਝ ਚੀਜ਼ਾਂ ਨੂੰ ਅਸੀਂ ਕੰਪਰੈਸ ਕਰ ਸਕਦੇ ਹਾਂ, ਕੁਝ ਚੀਜ਼ਾਂ ਨੂੰ ਮੋੜ ਸਕਦੇ ਹਾਂ, ਘੁਮਾ ਸਕਦੇ ਹਾਂ, ਉਹ ਇਸੇ ਕਰਕੇ। ਹੁਣ ਜਿਹੜਾ ਆਪਾਂ ਯੰਗਸ ਮੋਡੂਲਸ ਆਫ ਇਲਾਸਟਿਸਿਟੀ ਪੜ੍ਹਿਆ ਜਾਂ ਹੁਕਸ ਲਾ ਪੜ੍ਹਿਆ, ਹੁਕਸ ਲਾ ਦੇ ਵਿੱਚ ਆਪਾਂ ਇਹ ਪੜ੍ਹਿਆ ਵੀ ਕਿਸੇ ਮਟੀਰੀਅਲ 'ਤੇ ਭਾਰ ਪਾਈਏ ਖਿੱਚਣ ਵਾਸਤੇ ਜਾਂ ਉਹਨੂੰ ਕੰਪਰੈਸ ਕਰਨ ਵਾਸਤੇ, ਤਾਂ ਉਹ ਕਿੰਨਾ ਕੁ ਖਿੱਚਿਆ ਜਾਂਦਾ, ਕਿੰਨਾ ਕੁ ਇਲਾਸਟਿਸਿਟੀ ਸ਼ੋਅ ਕਰਦਾ, ਅਤੇ ਵਾਪਸ ਆਪਣੀ ਓਰੀਜਨਲ ਸਾਈਜ਼ ਐਂਡ ਸ਼ੇਪ 'ਚ ਆਉਂਦਾ ਜਾਂ ਨਹੀਂ ਆਉਂਦਾ। ਹੁਣ ਆਪਾਂ ਯੰਗਸ ਮੋਡੂਲਸ ਆਫ ਇਲਾਸਟਿਸਿਟੀ ਪੜ੍ਹਿਆ, ਤਾਰ ਦਾ ਕੇਸ ਪੜ੍ਹਿਆ। ਇੱਕ ਮੈਟਲ ਦੀ ਵਾਇਰ ਨੂੰ ਆਪਾਂ ਕਿਸੇ ਰਿਜਿਡ ਸਪੋਰਟ ਤੋਂ, ਰਿਜਿਡ ਸਪੋਰਟ ਮਤਲਬ ਜਿਹੜੀ ਹਿੱਲਦੀ ਨਹੀਂ, ਹਾਰਡ ਸਪੋਰਟ ਆ ਜਿਵੇਂ ਆਪਣੀ ਛੱਤ ਆ, ਉਸ ਤਰੀਕੇ ਨਾਲ ਉਹਦੇ ਨਾਲ ਆਪਾਂ ਇੱਕ ਤਾਰ ਬੰਨ੍ਹ ਲਈ, ਉਹਨੂੰ ਥੱਲੇ ਭਾਰ ਪਾਉਣ ਲੱਗ ਗਏ। ਭਾਰ ਪਾਉਣ ਲੱਗ ਗਏ ਤਾਂ ਉਹ ਬਹੁਤ ਥੋੜ੍ਹੀ ਖਿੱਚੀ ਜਾਂਦੀ ਆ, ਆਪਾਂ ਨੂੰ ਅੱਖਾਂ ਨਾਲ ਨਹੀਂ ਦਿਸਦੀ, ਪਰ ਜਦੋਂ ਅਸੀਂ ਉਹਨੂੰ ਮਾਈਕਰੋਮੀਟਰ ਦੇ ਨਾਲ ਚੈੱਕ ਕਰਦੇ ਹਾਂ, ਕਿਸੇ ਸਕੇਲ ਦੇ ਨਾਲ ਚੈੱਕ ਕਰਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਵੀ ਉਹ ਕੁਛ ਮਿਲੀਮੀਟਰ ਦਾ ਹਿੱਸਾ, ਕੁਛ % ਆਫ ਏ ਮਿਲੀਮੀਟਰ ਇਨਕਰੀਜ਼ ਹੋ ਗਈ, ਕਲੀਅਰ। ਹੁਣ ਜਦੋਂ ਕੋਈ ਤਾਰ ਖਿੱਚੀ ਜਾਂਦੀ ਆ, ਮੰਨ ਲਈਏ ਆਹ ਵਾਲੀ ਸਾਡੀ ਤਾਰ ਸੀ, ਰਿਜਿਡ ਸਪੋਰਟ ਉੱਪਰ ਲੱਗੀ ਆ ਜਿਹੜੀ ਮੂਵ ਨਹੀਂ ਕਰ ਸਕਦੀ, ਇੱਥੇ ਸਾਡੀ ਤਾਰ ਆ, ਅਤੇ ਮੈਂ ਤੁਹਾਨੂੰ ਦੱਸਿਆ ਸੀ ਇਹਨੂੰ ਵੱਡਾ ਕਰਕੇ ਬਣਾ ਲੈਂਦੇ ਹਾਂ ਤਾਂ ਕਿ ਸਾਨੂੰ ਕਲੀਅਰ ਹੋ ਜੇ। ਹੈਗੀ ਤਾਰ ਇਹ ਉਹੀ ਹੈ ਜਿਹੜੀ ਆਪਾਂ ਬਿਜਲੀ ਵਾਲੀ ਯੂਜ਼ ਕਰਦੇ ਹਾਂ, ਸਿਰਫ ਉਹਨੂੰ ਇਨਲਾਰਜ ਕਰਕੇ ਦਿਖਾਇਆ ਤਾਂ ਕਿ ਆਪਾਂ ਨੂੰ ਏਰੀਆ ਆਫ ਕ੍ਰੋਸ ਸੈਕਸ਼ਨ ਇੱਥੇ ਕਲੀਅਰ ਦਿਸ ਜਾਵੇ। ਇਹਦੀ ਲੈਂਥ ਆ ਜਿਹੜੀ ਉਹ ਸਪੋਜ਼ ਕਰ ਲਈਏ ਕੈਪੀਟਲ L। ਜਦੋਂ ਇਹਨੂੰ ਅਸੀਂ ਖਿੱਚਦੇ ਹਾਂ, ਥੱਲੇ ਇਹਦੇ ਵੇਟ ਪਾਉਂਦੇ ਹਾਂ, ਸਟਰੈਸ ਲੱਗਦੀ ਆ, ਫੋਰਸ ਪਰ ਯੂਨਿਟ ਏਰੀਆ, ਤਾਂ ਸਪੋਜ਼ ਕਰ ਲੈਂਦੇ ਹਾਂ ਸਾਡੇ ਕੋਲ ਇਹਦੀ ਲੈਂਥ ਆ ਉਹ ਥੋੜ੍ਹੀ ਜਿਹੀ ਵੱਧ ਜਾਂਦੀ ਹੈ। ਇਹਨੂੰ ਆਪਾਂ ਕੀ ਕਿਹਾ ਸੀਗਾ, ਸਮੋਲ L ਕਹਿ ਸਕਦੇ ਹਾਂ ਜਾਂ ਡੈਲਟਾ L ਕਹਿ ਸਕਦੇ ਹਾਂ, ਠੀਕ ਆ ਜੀ। ਹੁਣ ਜਦੋਂ ਇਹ ਤਾਰ ਖਿੱਚੀ ਗਈ, ਵੋਲੀਅਮ ਤਾਂ ਇਹਦਾ ਉਨਾ ਹੀ ਰਹਿਣਾ, ਅਤੇ ਜਦੋਂ ਤਾਰ ਖਿੱਚੀ ਗਈ ਤਾਂ ਇਹਦਾ ਡਾਇਆਮੀਟਰ ਚੇਂਜ ਹੋਊਗਾ ਜਾਂ ਨਹੀਂ ਹੋਊਗਾ, ਇਹ ਦੱਸੋ। ਹੋਊਗਾ ਥੋੜ੍ਹਾ ਜਿਹਾ, ਕਿਉਂਕਿ ਜੇ ਉਹ ਖਿੱਚੀ ਗਈ ਆ ਤਾਂ ਪਤਲੀ ਹੋ ਜਾਊਗੀ ਥੋੜ੍ਹੀ ਜਿਹੀ, ਚਾਹੇ ਬਿਲਕੁਲ ਮਾਮੂਲੀ ਜਿਹੀ ਹੋਵੇ। ਤਾਂ ਇਹ ਗੱਲ ਨੋਟ ਕੀਤੀ ਸਭ ਤੋਂ ਪਹਿਲਾਂ ਸਾਈਮਨ ਪੁਆਇਜ਼ਨ। ਸਾਈਮਨ ਪੁਆਇਜ਼ਨ ਇੱਕ ਸਾਇੰਟਿਸਟ ਸੀਗਾ ਬਾਹਰਲੇ ਮੁਲਕ ਦਾ, ਹੈ ਤਾਂ ਇਹ ਸਿੰਪਲ ਜੀ ਗੱਲ ਹੀ ਆ, ਪਰ ਇਹ ਸਭ ਤੋਂ ਪਹਿਲਾਂ ਉਹਨੇ ਦੱਸੀ। ਆਪਾਂ ਅੱਜ ਕਹਿੰਦੇ ਆ ਵੀ ਇਹ ਸਿੰਪਲ ਆ, ਪਰ ਉਸ ਟਾਈਮ ਦੇ ਉੱਤੇ ਜਦੋਂ ਇਹ ਚੀਜ਼ਾਂ ਦੀ ਰਿਸਰਚ ਹੋਈ ਆ, ਉਦੋਂ ਕਿਸੇ ਦੇ ਹੋਰ ਦੇ ਦਿਮਾਗ 'ਚ ਨਹੀਂ ਆਈ ਪਹਿਲਾਂ। ਤਾਂ ਉਹਨੇ ਕਿਹਾ ਵੀ ਜਿਹੜੀ ਆਹ ਚੀਜ਼ ਆ, ਇਹਦਾ ਡਾਇਆਮੀਟਰ ਵਾਇਰ ਦਾ ਇਹ ਵੀ ਘਟਣਾ ਚਾਹੀਦਾ। ਹੁਣ ਕਿੰਨਾ ਘਟਣਾ ਚਾਹੀਦਾ, ਜੇਕਰ ਜਿਹੜਾ ਇਹਦੇ ਵਿੱਚ ਡਾਇਆਮੀਟਰ ਰਿਡਿਊਸ ਹੋਇਆ, ਟੋਟਲ ਡਾਇਆਮੀਟਰ ਮੰਨ ਲਈਏ ਇਹਦਾ D ਸੀਗਾ, ਅਤੇ ਜਿਹੜਾ ਰਿਡਿਊਸ ਹੋਇਆ ਉਹ ਡੈਲਟਾ D ਮੰਨ ਲੈਂਦੇ ਹਾਂ। ਜਿਵੇਂ ਆਪਾਂ ਇੱਥੇ ਲੈਂਥ ਵਾਸਤੇ ਡੈਲਟਾ L ਮੰਨਦੇ ਸੀ, ਸੋ ਡੈਲਟਾ D
डेल्टा डी घट गया डायमीटर, ओरिजिनल डायमीटर कितना सी डी, ਇਹਦੀ रेशो मतलब चेंज इन डायमीटर ओवर ओरिजिनल डायमीटर, ये भी स्ट्रेन बन गई ना, क्योंकि स्ट्रेन की सी चेंज इन डिमेंशन ओवर ओरिजिनल डिमेंशन, इनू असीं कहने आ लेटरल स्ट्रेन। की कहने आ? लेटरल स्ट्रेन। तो लेटरल स्ट्रेन तो हो गई डायमीटर दे विच चेंज, तो नाल दी नाल लेंथ दे विच भी तो हुई आ, फेर ही हुई। तो हुण जेकर असी लेटरल स्ट्रेन तो साडी इत्थे लॉन्गीट्यूडनल स्ट्रेन आ जिहड़ी लॉन्गीट्यूडनल स्ट्रेन की सीगा डेल्टा एल अपॉन एल, जे इन्हां दी दोनों की आपां रेशो कढ लईए लेटरल स्ट्रेन दी ते लॉन्गीट्यूडनल स्ट्रेन दी, उहनूं असीं कहने आ पॉइजनस रेशो। साइंटिस्ट दे नां दे नाल ਇਹਦਾ ਨਾਂ है, ਇਹਨੂੰ ਕਿਹਾ ਜਾਂਦਾ ਪॉइजनस रेशो। की है? इट इज़ दी रेशो ऑफ लेटरल स्ट्रेन टू लॉन्गीट्यूडनल स्ट्रेन। पर यह देखा गया भी जिहड़ी लेटरल स्ट्रेन आ ये डायरैक्टली प्रोपोर्शनल टू लॉन्गीट्यूडनल स्ट्रेन होंदी है। मतलब कहण दा होया भी जिन्नी लॉन्गीट्यूडनल स्ट्रेन ज़्यादा होगी लेटरल स्ट्रेन भी उन्नी होगी ज़्यादा। क्लीयर? एक दूजे दे डायरैक्टली प्रोपोर्शनल ने। सो मैं इहनूं लिख दिना लेटरल स्ट्रेन इज़ डायरैक्टली प्रोपोर्शनल टू लॉन्गीट्यूडिनल स्ट्रेन। क्लीयर हो गई गल? हुण इस तों बाद हुण आपां देखदे हां भी यंग मॉडुलस पढ़न दीआं होर एप्लीकेशनस किहड़ियां ने, कित्थे कित्थे असीं यूज़ करदे हां। डायरैक्टली प्रोपोर्शनल का मतलब ये आ भी जे आ वधूगा तो आ भी वधूगा, जे आ घटूगा तो आ भी घटूगा। लेटरल स्ट्रेन जिहड़ी इधरले पासे नूं एक्स एक्सिस वाल नूं चेंज करदी आ, बिल्कुल जदों इहनूं खिच्चांगे तो यह डेल्टा डी रिड्यूस होना। डेल्टा डी इज़ दी रिडक्शन इन डायामीटर। कितना रिड्यूस होया? घटिया। क्लीयर? कितना घटिया? ओरिजिनल कितना सी, ये बन गई लेटरल स्ट्रेन। डी ओरिजिनल डायमीटर आ जिहड़ा पहला सी खिच्चण तो, ते डेल्टा डी जिन्ना घट गया, जिन्ना घटिया खिच्चण नाल, ते डेल्टा डी ओवर डी बन गया लेटरल स्ट्रेन। तो लॉन्गीट्यूडनल आपां पहलां पढ़ी हुई है। जदों लॉन्गीट्यूडनल होनी आ ये तां ही आउणी आ क्योंकि तार नूं खिच्चांगे फिर ही डायमीटर घटना। ठीक है? जे तार नूं कंप्रैस करांगे वधूगा। ਇਹਦਾ मतलब की होया? लॉन्गीट्यूडनल स्ट्रेन जे वधदी आ तो आ भी वधदी है, मतलब उन्ना ही घटूगा, ये ज़्यादा घटूगा। ठीक है? क्योंकि वधूगा क्यों? जे डेल्टा डी दी डेल्टा डी इज़ ए न्यूमीरेटर चा जे डेल्टा डी ज़्यादा होगा तो आ चीज़ सारी ज़्यादा होगी क्योंकि आ डी तो फिक्सड आ, थल्ले वाला फैक्टर तो फिक्सड आ, वो तो ओरिजिनल डायमीटर इन्ना पहला से उन्ना ही आ, वो वैल्यू असीं उन्नी लेनी है। क्लीयर? तो जिन्नी डेल्टा एल इनक्रीज़ होगी उन्ना ही साडा डेल्टा डी इनक्रीज़ होगा। जे डेल्टा एल डिक्रीज़ होगी तो वो जे मतलब इनू आप पिछे मोड़ देंगे तो आ भी साडी पिछे मुड़ जाएगी, डिक्रीज़ हो जाएगी। सो डायरैक्टली प्रोपोर्शनल मीनस इफ दिस थिंग इनक्रीजेज दिस थिंग ऑल्सो इनक्रीजेज। जे डिक्रीज़ कर दी है तो यह भी डिक्रीज़ करूगी। क्लीयर? ओके, हुणे समझ लग गया पॉइजनस रेशो की है, पता लग गया? ओके। नहीं तो कई बार अपने दिमाग 'ਚ ਇਹ आ जाता भी यार तार थल्ले नूं खिच्ची जाती आ तो पतली होनी चाहिए आ पर अपनी गल नहीं किते हुई। ठीक है? सो हुण इत्थों क्लीयर हो गया भी जे तार खिच्ची जाती आ तो फॉर ए वेरी स्मॉल अमाउंट इट्स रेडियस डिक्रीजेस। क्लीयर? हुण आपां अगली चीज़ ते आउंदे आ भी एप्लीकेशन की है। एप्लीकेशन दे विच सब तो पहली आपां करदे आ जिहड़ी आपां पहिलां भी थोड़ा जिहा गल कीती सी भी जदों आपां हैवी लोड्स नूं लिफ्ट करना हुंदा, कोई बहुत वड्डा पत्थर आ वो क्रेन्स दे नाल चकना पैंदा तां रस्सा जिहड़ा ओह किन्ना मोटा लाउणा पऊगा, जिहड़े रस्से दे नाल ओह भार चक्किया जा सके विदाउट बीइंग
ਡੀਫਾਰਮਡ परमानेंटली, मतलब बिना खराब होए तो, बिना रस्सा टुटे तो, बिना रस्सा खिंचे जाण तो। ये ना हो भी भार ज़्यादा हो तो रस्सा ही अपना तार बन जाए खिंच के, अपनी इलास्टिक लिमिट क्रॉस हो जाए, तो सानू ये पहला देखना पऊगा भी भार असी कितना चकना। ਉਹਦੇ वास्ते सानू रस्से का डायमीटर कितना लाना पऊगा, वो भी सानू यंग मॉडल स्टडी करके पता लगता। किवें देखते हैं, यंग मॉडल्स का फार्मूला आप पढ़िया सी, वाई बोलो फटाफट। हाँ जी, ओवर नूं मैं डिवीजन लिखदा तो सौखा लगूगा। क्लीयर। हुण असीं कढ़ना है, आ देखो पिया एरिया, एरिए दे विच डायमीटर हैगा तार दा पाई डी स्केयर बटे 4 ਜਾਂ पाई आर स्केयर लिख सकते हो। रेडियस का डायमीटर डबल हो जू बाਹਾਂ थले। क्लीयर। सो आ एरिया असी कढ़ सकते हैं, एरिया कढ़ सकते हैं भी तार कितनी मोटी होवे सो दैट ਉਹਦੀ मैक्सीमम इलास्टिक लिमिट तो घट ही असी भार चक सकांगे। क्लीयर। तो मैक्सीमम इलास्टिक स्ट्रेंथ है जी, उन्होंने की कहा सी आपां, मैक्सीमम स्ट्रैस कितनी पा सकते हैं, ਉਹਦਾ ਨਾਂ की सी, यील्ड स्ट्रेंथ। सो असी यील्ड स्ट्रेंथ ਜਾਂ ਇਹਨੂੰ कह सकते हैं इलास्टिक लिमिट, की कह सकते हैं, क्योंकि मैक्सीमम लिमिट आ जिन्ना असी भार किसी चीज़ पर पा सकते हैं, किसी मटीरीयल पर पा सकते हैं। तो आ एरिए में मैं इधर लैके जाना, इनू सीधा करके लिख लीए पहला, y इज इक्वल टू एफ ओवर ए मल्टीप्लाइड बाय कैपिटल एल ओवर डेल्टा एल। उल्ट गया ना हो। हुण मैं क्योंकि एरिया कढ़ना आप डायमीटर कढ़ना तार का, इनू मैं इधर लै जाना, वाई नू इधर लै आना। सो ए मैं इधर लाया जी, इधर मेरे को आ गया एफ एल ओवर वाई डेल्टा एल। क्लीयर। आ जिहड़ा एल आ इनू मैं डेल्टा एल के थले लैके आउण लग्या, कित्थे आ जूगा डेल्टा एल बटे एल। डेल्टा एल बटे एल की आ, लॉन्गीट्यूडनल स्ट्रेन डेल्टा एल बटे एल। ठीक है। हुण याद रखियो आ स्ट्रेन तो वाई की हुंदी आ साडी यंग मॉडल्स नूं जे कल्ले नूं देखीए स्ट्रैस ओवर स्ट्रेन। ठीक है। तो इत्थे मैं लिख दिना जी स्ट्रैस ओवर स्ट्रेन। आ स्ट्रेन ते आ स्ट्रेन कट्टी गई, इत्थे की रह गया एरिया इक्वल टू एफ इज़ दी फोर्स जिहदे नाल खिच सकते हैं, जिहदे नाल असीं भार चकना है। फोर्स इज़ दी वेट विच इज़ अटैच्ड टू ए मटीरियल, जिहड़ा वेट आपां पावांगे। सो बटे की आ गया जी, थल्ले की रह गया सी स्ट्रैस। क्लीयर। हुण जिहड़ी फोर्स आएगा वेट साडा, वेट नूं असीं की कह दिंदे आ, एफ की जगह तो मैं डबल लिख दिंदा हुण ताकि कन्फ्यूजन ना होवे। वेट आ जिहड़ा आपां चकना, क्योंकि उहने फोर्स लाउणी आ, तो फोर्स वेट आ जिहड़ा ये की हुंदा एम जी, क्योंकि असी भार थले पिया उहनूं चकना, उहदे उत्ते ग्रैविटी भी लगदी है ना, तो मास इंटू ग्रैविटी वेट आ गया, तो बटे की आ साडा स्ट्रैस। सो ये साडा आ गया ए। तो असी एरिया ऑफ क्रॉस सैक्शन की जगह तो मैं लिख दिना पाई आर स्केयर। क्लीयर। हुण जेकर मैं यह जिहा रस्सा डिज़ाइन करना, मैं यह जिहा रस्सा बनाउणा चाहुंदा जिहड़ा 1000 किलो 1000 किलोग्राम भार नूं चक सके। मास की वैल्यू मैनू पता लग गई 1000 किलोग्राम, तो यदा ग्राम वेट कितना बन जूगा, जी नूं गुणा कर दूंगा नाल। सो इनू मैं डायमीटर की फॉर्म च लिख लेना, पाई डी स्केयर ओवर 4 इक्वल टू मास मेरा आ गया जी 1000 इंटू जी की वैल्यू आ गई मेरी 9.8 डिवाइडेड बाय स्ट्रैस। 9.8 की जगह के उत्ते कैलकुलेशन ईजी करने के लिए 10 लै सकते हैं। ठीक है, ताकि असीं पॉइंटां च नल जीए। सो इत्थे मैं 10 लै लूँगा। ये किहड़ी स्ट्रैस आ, यील्ड स्ट्रेंथ, मैक्सीमम स्ट्रेंथ। मैक्सीमम स्ट्रेंथ ही देखनी है ना आपां भी किन्नी झल सकदा। वो मैक्सीमम स्ट्रैस स्टील वास्ते जेकर मैं स्टील की तार यूज़ कर रहा तो यह सानू टेबल तो देखनी पऊगी, क्योंकि स्टील के यंग्स मॉडुलस तो असी स्ट्रैस कढ़ सकते हैं। स्टील वास्ते यंग्स मॉडुलस जिहड़ा हुंदा अपना वो कितना हुंदा 2 × 10⁻⁻11 न्यूटन पर मीटर स्केयर।
ਪਰ ਇਹ ਹੈਗਾ ਯੰਗਸ ਮੋਡੂਲਸ। ਅਸੀਂ ਕੱਢਣਾ ਕੀ ਆ? ਸਟ੍ਰੈਸ। ਸਟ੍ਰੈਸ ਹੁੰਦੀ ਆ ਜਿਹੜੀ, ਉਹ ਹੁੰਦੀ ਆ ਜੀ 300 × 10⁻⁶ ਨਿਊਟਨ ਪਰ ਮੀਟਰ ਸਕੁਏਅਰ। ਇਹ ਤੁਸੀਂ ਆਪਣੀ ਬੁੱਕ ਤੋਂ ਚੈੱਕ ਕਰ ਲਿਓ, ਸੋ ਉੱਥੋਂ ਦੇਖ ਸਕਦੇ ਹੋ। ਜੇਕਰ ਇੱਦਾਂ ਦਾ ਕੁਐਸਚਨ ਪੇਪਰ 'ਚ ਆਉਂਦਾ ਤਾਂ ਉੱਥੇ ਦਿੱਤੀ ਹੋਊਗੀ ਵੈਲਿਊ। ਸੋ ਇਸ ਵੈਲਿਊ ਨੂੰ ਅਸੀਂ ਇੱਥੇ ਪੁੱਟ ਕਰ ਦਈਏ ਸਟ੍ਰੈਸ ਤੇ ਕੈਲਕੂਲੇਟ ਕਰੀਏ ਡੀ ਵਾਸਤੇ। ਕਰ ਸਕਦੇ ਹਾਂ। ਇੱਥੇ 3.14 ਪੁੱਟ ਕਰਾਂਗੇ, 4 ਉੱਧਰ ਗੁਣਾ ਹੋ ਜਾਊਗਾ, ਤਾਂ ਸਾਰਾ ਕੁਝ ਸੋਲਵ ਕਰਕੇ ਡਾਇਆਮੀਟਰ ਨਿਕਲੂਗਾ। ਡਾਇਆਮੀਟਰ ਤੋਂ ਬਾਅਦ ਅਸੀਂ ਉਹਦਾ ਹਾਫ ਕਰਕੇ ਰੇਡੀਅਸ ਕੱਢਾਂਗੇ, ਦੈਨ ਦਾ ਰੇਡੀਅਸ ਵੁੱਡ ਬੀ 1 ਸੈਂਟੀਮੀਟਰ। ਮਤਲਬ ਅਸੀਂ 1 ਸੈਂਟੀਮੀਟਰ ਮੋਟੀ 1 ਸੈਂਟੀਮੀਟਰ ਰੇਡੀਅਸ ਦੀ ਤਾਰ ਰੱਸਾ ਬਣਾਵਾਂਗੇ, ਜਿਹੜਾ ਕਿ 1000 ਕਿਲੋ ਭਾਰ ਚੱਕ ਸਕੂ। ਪਰ ਹੁਣ ਇਹ ਤਾਂ ਮੈਕਸੀਮਮ ਲਿਮਿਟ ਵਾਸਤੇ ਬਣਾ ਲਈ ਆਪਾਂ। ਆਹ ਕੈਲਕੂਲੇਸ਼ਨ ਮੈਂ ਤੁਹਾਡੇ ਵਾਸਤੇ ਛੱਡ ਰਿਹਾ, ਤੁਸੀਂ ਕਰਕੇ ਦੇਖਣੀ ਆ, ਕਰਕੇ ਦੇਖ ਲਿਓ, ਨਹੀਂ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਸਮਝਾ ਦੂੰਗਾ। ਅਸੀਂ ਹੁਣ ਫੈਕਟਰ ਆਫ ਸੇਫਟੀ ਵੀ ਲੈਣਾ ਨਾਲ, ਇਸ ਕਰਕੇ ਅਸੀਂ ਆਮ ਤੌਰ ਦੇ ਉੱਤੇ ਜਿੰਨੇ ਸਾਡੀ ਇੱਥੇ ਲਿਮਿਟ ਆਉਂਦੀ ਆ ਉਹਦੇ ਨਾਲੋਂ 3 ਗੁਣਾ ਮੋਟੀ ਰੱਸੀ ਬਣਾਉਨੇ ਆ। ਤਾਂ ਅਸੀਂ ਕਿੰਨੇ ਰੇਡੀਅਸ ਦੀ ਰੱਸੀ ਬਣਾਵਾਂਗੇ ਫਾਰ ਸੇਫਟੀ? 3 ਸੈਂਟੀਮੀਟਰ। ਤੇ ਡਾਇਆਮੀਟਰ ਕਿੰਨਾ ਹੋ ਜਾਊਗਾ ਜੀ? 6 ਸੈਂਟੀਮੀਟਰ। 6 ਸੈਂਟੀਮੀਟਰ ਮੋਟਾ ਰੱਸਾ ਚਾਹੀਦਾ ਕ੍ਰੇਨ ਦਾ। ਜੇਕਰ ਉਹਨੇ ਭਾਰ ਕਿੰਨਾ ਚੱਕਣਾ? ਸਟੀਲ ਦੀ ਰੱਸੀ ਹੋਵੇ, ਸਟੀਲ ਹੋਵੇ ਜੇ। ਪਰ ਤੁਸੀਂ ਇਹੋ ਜਿਹੇ ਮਟੀਰੀਅਲ ਵੀ ਨਵੇਂ ਕੋਸ਼ਿਸ਼ ਕਰ ਸਕਦੇ ਆ ਇਨ ਫਿਊਚਰ, ਜਿਹਦੇ ਸਾਨੂੰ ਯੰਗ ਮੋਡੂਲਸ ਸਟੀਲ ਤੋਂ ਵੀ ਜ਼ਿਆਦਾ ਮਿਲੇ, ਤੇ ਅਸੀਂ ਫਿਰ ਉਹਦੀ ਸਾਡਾ ਇਹਦੇ ਨਾਲੋਂ ਪਤਲੀ ਰੱਸੇ ਨਾਲ ਵੀ ਸਰ ਜੂ। ਮਤਲਬ ਇਹ ਡਿਪੈਂਡਸ ਅਪੋਨ ਯੰਗ ਮੋਡੂਲਸ ਆਫ ਇਲਾਸਟੀਸਿਟੀ। ਕਲੀਅਰ? ਤੇ ਇਹਦੀ ਜਗ੍ਹਾ ਦੇ ਉੱਤੇ ਜੇ ਐਲੂਮੀਨੀਅਮ ਦੀ ਰੱਸੀ ਹੋਊਗੀ, ਉਹ ਇਦੋਂ ਵੀ ਮੋਟੀ ਬਣਾਉਣੀ ਪਊਗੀ, ਕਿਉਂਕਿ ਉਹਦੇ ਯੀਲਡ ਸਟਰੈਂਥ ਆ ਜਿਹੜੀ ਉਹ ਘੱਟ ਆ ਸਟੀਲ ਨਾਲੋਂ। ਸੋ ਇਹ ਆਹ ਫਾਇਦਾ ਸਾਨੂੰ ਆਹ ਕੁਛ ਪੜ੍ਹਨ ਦਾ। ਸਮਝ ਗਏ? ਹੁਣ ਸਾਡਾ ਅਗਲਾ ਟੌਪਿਕ, ਇਹਦੇ ਵਿੱਚ ਹੁਣ ਜਦੋਂ ਅਸੀਂ ਇਹ ਦੇਖਦੇ ਹਾਂ ਆਪਾਂ ਪਹਿਲਾਂ ਗੱਲ ਕੀਤੀ ਵੀ ਜਦੋਂ ਇੱਥੇ ਅਸੀਂ ਸਟ੍ਰੈਸ ਲਾਉਨੇ ਆ ਤਾਂ ਤਾਰ ਖਿੱਚੀ ਗਈ। ਖਿੱਚੀ ਗਈ ਮਤਲਬ ਪਹਿਲਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਇਹਦੇ ਜਿਹੜੇ ਐਟਮਸ ਨੇ ਉਹ ਖਿੱਚੇ ਗਏ। ਉਹਨਾਂ ਦੇ ਬੌਂਡ ਜਸਟ ਲਾਈਕ ਕੀ ਐਕਟ ਕਰਦੇ ਆ? ਸਪਰਿੰਗਸ ਐਕਟ ਕਰਦੇ ਆ, ਤੇ ਉਹ ਸਪਰਿੰਗ ਖਿੱਚੇ ਗਏ। ਜੇ ਸਪਰਿੰਗ ਖਿੱਚੇ ਗਏ ਤਾਂ ਇਹਦਾ ਮਤਲਬ ਇਹ ਹੋਇਆ ਬਈ ਇਹਦੇ ਉੱਤੇ ਵਰਕ ਡਨ ਹੋਇਆ। ਵਰਕ ਹੋ ਗਿਆ ਨਾ, ਕਿਸੇ ਚੀਜ਼ ਨੇ ਇਹਨੂੰ ਥੱਲੇ ਨੂੰ ਫੋਰਸ ਲਾਈ, ਤੇ ਫੋਰਸ ਲਾਉਣ ਨਾਲ ਡਿਸਪਲੇਸਮੈਂਟ ਹੋ ਗਈ, ਤੇ ਇਹਦਾ ਮਤਲਬ ਵਰਕ ਹੋ ਗਿਆ। ਕਿਉਂਕਿ ਵਰਕ ਕੀ ਆ? ਫੋਰਸ ਲਾਈ ਹੈ, ਡਿਸਪਲੇਸਮੈਂਟ ਹੋ ਜੇ, ਆਪਾਂ ਕਹਿੰਦੇ ਵਰਕ ਇਜ਼ ਸੈਟ ਟੂ ਬੀ ਡਨ। ਜਿਹੜਾ ਹੁਣ ਵਰਕ ਹੋ ਗਿਆ ਉਹ ਕਿੱਥੇ ਗਿਆ? ਉਹ ਵਰਕ ਇਸੇ ਰੋਡ ਦੇ ਵਿੱਚ ਸਟੋਰ ਹੋ ਜਾਏਗਾ, ਉਹਨਾਂ ਬੌਂਡਸ ਦੇ ਵਿੱਚ ਹੀ ਸਟੋਰ ਹੋ ਜਾਏਗਾ ਜਿਹੜੇ ਪਹਿਲਾਂ ਖਿੱਚੇ ਗਏ ਸੀ, ਇਨ ਦੀ ਫਾਰਮ ਆਫ ਇਲਾਸਟਿਕ ਪੋਟੈਂਸ਼ੀਅਲ ਐਨਰਜੀ। ਕੋਈ ਵੀ ਵਰਕ ਹੁੰਦਾ ਕਿਸੇ ਸਿਸਟਮ ਤੇ, ਚਾਹੇ ਮੈਂ ਇਹਨੂੰ ਧੱਕਾ ਲਾਈ ਜਾਂਦਾ, ਮੂਵ ਤਾਂ ਨਹੀਂ ਕਰਦਾ, ਪਰ ਉਹੀ ਚੀਜ਼ ਜਿੰਨਾ ਵਰਕ ਮੈਂ ਕਰ ਰਿਹਾ, ਜੇ ਵਰਕ ਹੁੰਦਾ, ਮੂਵ ਜੇ ਕਰਦੀ ਆ ਇਹ, ਤਾਂ ਹੀ ਵਰਕ ਹੋਇਆ ਮੰਨਿਆ ਜਾਊਗਾ। ਜੇ ਡਿਸਪਲੇਸਮੈਂਟ ਹੋਈ ਹੋਵੇ ਤਾਂ ਓਨਾ ਹੀ ਵਰਕ ਉਸੇ ਬੋਡੀ ਦੇ ਅੰਦਰ ਸਟੋਰ ਹੋ ਜਾਂਦਾ ਇਨ ਦੀ ਫਾਰਮ ਆਫ ਇਟਸ ਐਨਰਜੀ। ਜੇ ਤਾਂ ਬੋਡੀ ਮੂਵ ਕਰਨ ਲੱਗ ਜਾਵੇ ਫਿਰ ਆਪਾਂ ਕਹਿੰਦੇ ਕਿਨੈਟਿਕ ਐਨਰਜੀ 'ਚ ਬਦਲ ਗਿਆ ਵਰਕ। ਤੇ ਜੇ ਬੋਡੀ ਜਿਵੇਂ ਆ ਇੱਥੇ ਮੇਰੇ ਚੌਕ ਪਿਆ, ਇਹਦੇ ਉੱਤੇ ਮੈਂ ਫੋਰਸ ਲਾ ਦਾਂ, ਉੱਪਰ ਨੂੰ ਫੋਰਸ ਲਾਈ, ਇਹ ਉੱਪਰ ਨੂੰ ਚਲਾ ਗਿਆ, ਤਾਂ ਜਿੰਨਾ ਮੈਂ ਇਹ 'ਤੇ ਵਰਕ ਕੀਤਾ ਉਹ ਇਸੇ ਬੋਡੀ ਦੇ ਵਿੱਚ ਸਟੋਰ ਹੋ ਗਿਆ ਇਨ ਦੀ ਫਾਰਮ ਆਫ ਇਟਸ ਪੋਟੈਂਸ਼ੀਅਲ ਐਨਰਜੀ, ਕਿਉਂਕਿ ਇਹਦੀ ਹਾਈਟ ਇਨਕਰੀਜ਼ ਹੋ ਗਈ। ਹੁਣ ਮੈਨੂੰ ਐਨਰਜੀ ਕਿਵੇਂ ਫੀਲ ਹੋਊ? ਮੈਂ ਇਹਨੂੰ ਛੱਡ ਦਿੰਦਾ, ਮੇਰੇ ਹੱਥ ਨੂੰ ਸ਼ੌਕ ਫੀਲ ਹੋਇਆ। ਜਿਹੜੀ ਇਹਦੀ ਪੋਟੈਂਸ਼ੀਅਲ ਐਨਰਜੀ ਇਹ 'ਚ ਆਈ ਸੀ, ਉਹਨੇ ਮੇਰੇ ਹੱਥ ਦੇ ਉੱਤੇ ਸ਼ੌਕ ਲਾਇਆ, ਦਬਾਅ ਲਾਇਆ। ਜੇ ਆਪਾਂ ਇਹਨੂੰ ਥੱਲੇ ਸੁੱਟ ਦਾਂਗੇ ਫਰਸ਼ 'ਤੇ, ਫਿਰ ਆਵਾਜ਼ ਵੀ ਆਊਗੀ। ਸਾਊਂਡ ਇਜ਼ ਆਲਸੋ ਐਨਰਜੀ। ਸੋ ਉਹੀ ਐਨਰਜੀ ਆ ਇਹ ਜਿਹਦੇ ਨਾਲ ਆਪਾਂ ਇਹਨੂੰ ਵਰਕ ਕਰਕੇ ਉੱਪਰ ਚੱਕਿਆ ਸੀ। ਸੋ ਇੱਥੇ ਜਿਹੜੀ ਐਨਰਜੀ ਬਣਦੀ ਆ ਉਹਨੂੰ ਅਸੀਂ ਕੀ ਕਹਿੰਦੇ ਆ? ਇਲਾਸਟਿਕ ਪੋਟੈਂਸ਼ੀਅਲ ਐਨਰਜੀ। ਪੋਟੈਂਸ਼ੀਅਲ ਕਿਉਂਕਿ ਇਹਦੀ ਪੋਜੀਸ਼ਨ ਚੇਂਜ ਹੋ ਗਈ ਬੌਂਡਸ ਦੀ। ਠੀਕ ਆ ਜੀ। ਹੁਣ ਇਲਾਸਟਿਕ ਪੋਟੈਂਸ਼ੀਅਲ ਐਨਰਜੀ ਕਿਵੇਂ ਆਈ? ਵਰਕ ਡਨ ਹੋਇਆ। ਕਿਤੇ ਵੀ ਐਨਰਜੀ ਕੱਢਣੀ ਹੋਵੇ, ਮੰਨ ਲਓ ਤੁਹਾਨੂੰ ਕੋਈ ਕੁਐਸਚਨ ਆ ਗਿਆ ਕੈਲਕੂਲੇਟ ਦੀ ਐਨਰਜੀ, ਕੀ ਕੱਢਾਂਗੇ ਆਪਾਂ? ਵਰਕ ਡਨ। ਇਹ ਯਾਦ ਰੱਖਿਓ,
ਇਹ ਵਰਕ ਵਾਲੇ ਚੈਪਟਰ ਦੇ ਵਿੱਚ ਵੀ ਮੈਂ ਦੱਸਿਆ ਹੋਇਆ, ਵੀਡੀਓ ਤੁਸੀਂ ਦੇਖ ਸਕਦੇ ਹੋ। ਤਾਂ ਜੇਕਰ એનર્ਜੀ ਕੱਢਣੀ ਆ ਵੀ ਹੈਵ ਟੂ ਕੈਲਕੂਲੇਟ ਵਰਕ। ਸੋ ਇੱਥੇ ਹੁਣ ਅਸੀਂ ਵਰਕ ਕੱਢਾਂਗੇ, ਕੀ ਕੱਢ ਕੇ ਐਫ ਡੋਟ ਐਸ ਸਾਡਾ ਫਾਰਮੂਲਾ ਵਰਕ ਦਾ, ਕੀ ਫਾਰਮੂਲਾ ਐਫ ਡੋਟ ਐਸ। ਤਾਂ ਜੇਕਰ ਇਹਦੇ ਵਾਸਤੇ ਛੋਟਾ ਅਮਾਊਂਟ, ਬਿਲਕੁਲ ਛੋਟੀ ਜਿਹੀ ਡਿਸਪਲੇਸਮੈਂਟ ਹੋਈ ਹੋਵੇ, ਛੋਟੀ ਡਿਸਪਲੇਸਮੈਂਟ ਹੋਈ ਹੋਵੇ ਡੈਲਟਾ ਐਲ, ਤੇ ਫੋਰਸ ਕੇ ਲੱਗਣ ਦੇ ਨਾਲ ਐਫ ਫੋਰਸ ਲੱਗੀ, ਡਿਸਪਲੇਸਮੈਂਟ ਹੋ ਗਈ ਛੋਟੀ ਜੀ। ਛੋਟੀ ਡਿਸਪਲੇਸਮੈਂਟ ਲਈ ਮੰਨ ਲਓ ਜਿਹੜਾ ਵਰਕ ਡਨ ਆ ਉਹ ਬਹੁਤ ਥੋੜਾ, ਇਹਨੂੰ ਮੈਂ ਡੈਲਟਾ ਡਬਲ ਜੋ ਕਹਿ ਦਿੰਦਾ, ਥੋੜਾ ਜਿਹਾ ਵਰਕ। ਲੈਂਥ ਤਾਂ ਇਹਦੀ ਵਧੀ ਆ, ਪਹਿਲਾਂ ਤਾਂ ਵਧੀ ਨਹੀਂ ਸੀ, 0 ਇੱਥੇ ਪੁਆਇੰਟ ਤੇ 0 ਸੀ, ਟੋਟਲ ਲੈਂਥ ਵੱਧ ਗਈ, ਸਮਾਲ ਐਲ ਹੋ ਗਈ। ਇਨ ਬਿਟਵੀਨ ਛੋਟੀ ਜੀ ਇਨਕਰੀਮੈਂਟ ਵਾਸਤੇ ਡੈਲਟਾ ਐਲ ਵਾਸਤੇ, ਜਿਹੜੀ ਡੈਲਟਾ ਐਲ ਮੈਂ ਹੁਣ ਮੰਨ ਲੈਣਾ ਵੀ ਆ ਨਿੱਕੀ ਜੀ ਆ, ਟੋਟਲ ਲੈਂਥ ਇਨਕਰੀਜ਼ ਹੋਈ ਆ ਐਲ, ਤੇ ਜਿਹੜੀ ਨਿੱਕੀ ਜੀ ਲੈਂਥ ਇਨਕਰੀਜ਼ ਹੋਈ ਉਹ ਡੈਲਟਾ ਐਲ। ਆਹ ਡੈਲਟਾ ਐਲ ਵਾਸਤੇ ਵਰਕ ਹੋਇਆ ਡੈਲਟਾ ਡਬਲਯੂ, ਉਹ ਕਿਹਦੇ ਬਰਾਬਰ ਆਊਗਾ? ਸੋ ਡੈਲਟਾ ਡਬਲਯੂ ਵਿਲ ਬੀ ਐਫ ਡੋਟ ਡੈਲਟਾ ਐਲ। ਕਲੀਅਰ? ਤੇ ਜੇਕਰ ਇਹ ਡੈਲਟਾ ਐਲ ਅਪਰੋਚਿੰਗ ਟੂ 0 ਹੋਵੇ, ਬਹੁਤ ਛੋਟਾ ਹੋਵੇ, ਤਾਂ ਫਿਰ ਮੈਂ ਇਹਨੂੰ ਕੀ ਲਿਖ ਸਕਦਾ? ਇੱਥੇ ਮੈਂ ਡੀ ਡਬਲਯੂ ਲਿਖ ਸਕਦਾ, ਐਫ ਡੋਟ ਡੀ ਐਲ ਲਿਖ ਸਕਦਾ। ਹੁਣ ਫੋਰਸ ਵੀ ਥੱਲੇ ਨੂੰ ਹੀ ਲੱਗੀ ਆ, ਤੇ ਡੀ ਲੈਂਥ ਵੀ ਥੱਲੇ ਨੂੰ ਇਨਕਰੀਜ਼ ਹੋਈ ਆ, ਦੋਨਾਂ 'ਚ ਐਂਗਲ ਕਿੰਨਾ? ਬਈ ਥੱਲੇ ਨੂੰ ਹੀ ਫੋਰਸ ਲੱਗੀ ਆ ਤੇ ਲੈਂਥ ਵੀ ਥੱਲੇ ਨੂੰ ਹੀ ਇਨਕਰੀਜ਼ ਹੋਈ ਆ, ਐਂਗਲ ਕਿੰਨਾ? ਆਹ ਦੋਨੇ ਵੈਕਟਰਸ ਦੇ ਵਿੱਚ ਐਂਗਲ ਕਿੰਨਾ? ਹਾਂਜੀ, ਦੋਨੇ ਸੇਮ ਲਾਈਨ ਦੇ ਨੇ। ਉਹ ਬਈ 0, ਆਹ ਇੱਕ ਲਾਈਨ ਆ, ਉਹਦੇ ਉੱਤੇ ਹੀ ਦੂਜੀ ਲਾਈਨ ਆ, ਤੇ ਐਂਗਲ ਕਿੰਨਾ ਹੋਇਆ ਦੋਨਾਂ 'ਚ? 0 ਡਿਗਰੀ। 180 ਤਾਂ ਹੁੰਦਾ ਜੇ ਐਫ ਥੱਲੇ ਹੁੰਦੀ ਤੇ ਲੈਂਥ ਉੱਪਰ ਨੂੰ ਹੁੰਦੀ, ਆਹ 180 ਐਂਗਲ ਹੋਣਾ ਸੀ। ਕਲੀਅਰ? ਸੋ ਇਸ ਕੇਸ 'ਚ ਐਂਗਲ ਕੀ ਆ? 0। ਜੇ ਐਂਗਲ 0 ਆ ਤਾਂ ਐਫ ਡੀ ਐਲ cos 0 1 ਹੋ ਗਿਆ, ਤਾਂ ਇਸੀ ਵੈਕਟਰ ਪਾਉਣ ਦੀ ਲੋੜ ਨਹੀਂ, ਇਹ ਬਣ ਗਿਆ ਐਫ ਡੀ ਐਲ। ਹੁਣ ਐਫ ਆ ਜਿਹੜੀ, ਇਹ ਕਿੱਥੋਂ ਕੱਢਾਂਗੇ? ਐਫ ਕੱਢਾਂਗੇ ਅਸੀਂ ਯੰਗਸ ਮੋਡੂਲਸ ਦਾ, ਆਹ ਵੈਲਿਊ ਪੁੱਟ ਕਰਾਂਗੇ। ਸੋ ਐਫ ਕਿੰਨੇ ਆ ਜੂਗੀ ਜੀ? ਐਫ ਬਰਾਬਰ ਵਾਈ ਏ ਡੈਲਟਾ ਐਲ ਬਟੇ ਐਲ। ਸੋ ਐਫ ਦੀ ਵੈਲਿਊ ਪੁੱਟ ਕਰ ਦਈਏ, ਵਾਈ ਏ ਡੈਲਟਾ ਐਲ ਨੂੰ ਅਸੀਂ ਲਿਖਾਂਗੇ ਡੀ ਐਲ ਓਵਰ ਐਲ। ਸੋ ਦਿਸ ਇਜ਼ ਆਵਰ ਐਫ। ਕਲੀਅਰ? ਇੱਥੇ ਪੁੱਟ ਕਰ ਦਿਓ। ਟੋਟਲ ਵਰਕ ਡਨ ਕੱਢੀਏ ਤਾਂ ਇਟ ਵਿਲ ਬੀ ਇੰਟੈਗਰਲ ਆਫ ਡੀ ਡਬਲਯੂ ਫਰੋਮ 0 ਟੂ ਐਲ। 0 ਤੋਂ ਐਲ ਵਧਣ ਤੱਕ ਜਿੰਨਾ ਟੋਟਲ ਵਰਕ ਹੋਇਆ ਉਹਦਾ ਇੰਟੈਗਰਲ ਹੋ ਜਾਊਗਾ। ਸੋ ਇਹਦਾ ਮਤਲਬ ਇੰਟੈਗਰਲ ਆ ਗਿਆ 0 ਟੂ ਐਲ ਵਾਈ ਏ ਡੀ ਐਲ ਓਵਰ ਕੈਪੀਟਲ ਐਲ। ਠੀਕ ਆ। ਇੱਕ ਸਾਡੇ ਕੋਲ ਇੱਥੇ ਲੈਂਥ ਇੱਥੇ ਡੈਲਟਾ ਐਲ ਹੋਰ ਸੀਗਾ, ਡੀ ਐਲ ਇੰਟੂ ਡੈਲਟਾ ਐਲ, ਛੋਟੀ ਐਲ ਲਿਖੀ ਇਹਨੂੰ, ਛੋਟੀ ਐਲ ਸਮੋਲ ਐਲ। ਹੁਣ ਜਿਹੜੀ ਐਲ ਸਾਡੀ ਚੇਂਜ ਕਰਦੀ ਆ, ਕੱਲਾ ਇਹਦਾ ਹੀ ਇੰਟੈਗਰਲ ਫਾਈਂਡ ਹੋਣਾ, ਕਿਉਂਕਿ ਵਾਈ ਸਾਡਾ ਕੌਂਸਟੈਂਟ ਆ, ਸਟ੍ਰੈਸ ਓਵਰ ਸਟੇਨ ਹੁੰਦਾ, ਇਨੀਸ਼ੀਅਲ ਲੈਂਥ ਸਾਡੀ ਕੌਂਸਟੈਂਟ ਆ, ਇਹ ਤਾਂ ਉਨੀ ਹੀ ਰਹਿਣੀ ਆ। ਜੇ ਪਹਿਲਾਂ 10 ਸੈਂਟੀਮੀਟਰ ਲੈਂਥ ਦੀ ਵਾਇਰ ਸੀ, 10 ਦੀ 10 ਹੀ ਰਹਿਣੀ ਆ, ਏਰੀਆ ਸਾਡਾ ਉਹੀ ਰਹਿਣਾ। ਐਲ ਡੀ ਐਲ ਦਾ ਅਸੀਂ ਇੰਟੈਗਰਲ ਫਾਈਂਡ ਕਰਾਂਗੇ। ਕਿਵੇਂ? ਸੋ W ਵਿਲ ਬੀ ਇਕੁਅਲ ਟੂ ਵਾਈ ਏ ਓਵਰ ਐਲ, ਸਾਡਾ ਬਾਹਰ ਆ ਗਿਆ ਇੰਟੈਗਰਲ ਤੋਂ, ਅੰਦਰ ਰਹਿ ਗਿਆ ਸਾਡਾ ਐਲ ਡੀ ਐਲ। ਸੋ ਵਾਈ ਏ ਬਾਈ ਐਲ, ਇਹਦਾ ਇੰਟੈਗਰਲ ਐਲ ਸਕੇਅਰ ਬਾਏ 2 ਫਰੋਮ 0 ਟੂ ਐਲ। ਪਹਿਲਾਂ ਅਪਰ ਲਿਮਿਟ ਭਰੀਏ ਮਾਈਨਸ ਲੋਅਰ ਲਿਮਿਟ, ਸੋ ਵਾਈ ਏ ਅਪੋਨ ਐਲ, ਐਲ ਸਕੇਅਰ ਬਾਏ 2। ਹੁਣ ਇਹਨੂੰ ਦੇਖੀਏ, ਵਾਈ ਤਾਂ ਆ ਗਿਆ ਸਾਡਾ ਯੰਗਸ ਮੋਡੂਲਸ, 2 ਨੂੰ ਮੈਂ ਮੂਹਰੇ ਲਿਖ ਲੈਣਾ ਵਾਈ ਦੇ ਥੱਲੇ, ਉੱਪਰ ਮੇਰੇ ਕੋਲ ਏਰੀਆ ਲੈਂਥ ਸਕੇਅਰ ਬਟੇ ਕੈਪੀਟਲ ਐਲ। ਜੇਕਰ ਮੈਂ ਇੱਥੇ ਇੱਕ ਹੋਰ ਲੈਂਥ ਲਿਖਦਾ, ਐਲ ਲਿਖਦਾ, ਤਾਂ ਮੈਨੂੰ ਇੱਥੇ ਵੀ ਇੱਕ ਲੈਂਥ ਹੋਰ ਲਿਖਣੀ ਪਊ, ਲਿਖ ਸਕਦਾ
क्यों लिखिया क्योंकि मैनू इत्थे की चाहिए मैनू L बटे कैपीटल L का स्केयर चाहिए हुण मेरी आ चीज़ लॉन्गीट्यूडनल स्ट्रेन बन गई इनक्रीज इन लेंथ ओवर ओरिजिनल लेंथ तो लेंथ इंटू एरिया ये की बनया एरिया तो हैगा साडा आ थल्ले वाला एरिया ऑफ क्रॉस सैक्शन लेंथ इहदी हैगी आह तो एरिया नूं लेंथ नाल गुणा कर दईए की बन गया वॉल्यूम ऑफ द वायर वॉल्यूम सो इहदा मतलब साडे कोले जिहड़ा वर्क आ इट विल बी स्टोर्ड इन दी वायर एज इट्स एनर्जी इहनूं मैं यू लिख दिंदा क्योंकि यू इज़ दी सिंबल ऑफ पोटैंशियल एनर्जी हाफ 1/2 मूहरे ला लिया वाई की है साडा यंग्स मॉडुलस 1/2 गुणा यंग्स मॉडुलस गुणा बोलो वॉल्यूम गुणा स्ट्रेन दा स्केयर क्लीयर यंग्स मॉडुलस नूं मैं स्ट्रैस ओवर स्ट्रेन लिख सकदा सो नैक्सट स्टैप दे विच हाफ स्ट्रैस ओवर स्ट्रेन इनटू वॉल्यूम इनटू स्ट्रेन दा स्केयर एक इहदे नाल कट्टिया गया सो साडे कोले इलास्टिक पोटैंशियल एनर्जी जिहड़ी आ गई हाफ स्ट्रैस गुणा स्ट्रेन गुणा वॉल्यूम ऑफ दी वायर क्लीयर तो जे असी एनर्जी पर यूनिट वॉल्यूम कढ़नी होवे फिर इहनूं वॉल्यूम ते डिवाइड कर देंगे इधरों वॉल्यूम कट्टिया जाऊगा सो एनर्जी पर यूनिट वॉल्यूम इज स्मॉल यू एंड इट विल बी इक्वल टू हाफ स्ट्रैस मल्टीप्लाइड बाय स्ट्रेन क्लीयर सो इदां जदों असी किसी वायर नूं किसी फोर्स दे नाल खिੱਚਦੇ आ तां ਉਹਦੇ ਵਿੱਚ ਕੀ ਡਿਵੈਲਪ ਹੋ ਜਾਂਦਾ ਇਲਾਸਟਿਕ पोटैंशियल एनर्जी आ जाती है किहदे बराबर आ जाती है हाफ स्ट्रैस मल्टीप्लाइड बाय स्ट्रेन क्लीयर हुण इस तों बाद असीं ये देखते हैं साडा सैकेंड टॉपिक हो गया अज दा होर इहदी की एप्लीकेशन जिहड़ा यंग्स मॉडुलस ऑफ इलास्टिसिटी है इहदी होर एप्लीकेशन यह आ भी जदों असीं किसी हैवी लोड के थले बीम्स पाने गार्डरस पाने छत्तां पाउण वास्ते गार्डर रख के फिर बाले चढ़ लैंदे ना वो गार्डरस की जिहड़ी शेप आ वो किदां दी हुंदी आ जे आपां उहनूं साइड तो देखिए दैन दी शेप इज़ लाइक दिस देखो इदां दी शेप हुंदी है आई शेप्ड तो इनू इदां ही पाया जाता मतलब आह वाली जिहड़ी इहदी डैप्थ आ सो इट इज़ डी सो दिस इज़ दी ब्रैड्थ क्लीयर सो इस चीज़ नूं इदां ही क्यों रखिया जाता उहदा रीज़न आ उहदा रीज़न ये आ भी जेकर आपां किसी दो किनारिਆਂ ਦੇ ਉੱਤੇ किसी बीम नूं रखीए हैवी बीम नूं रख दईए तो इनू विचालियों असी थल्लड़े पासे हुक पा के तो एक वेट अटैच कर दईए जिहड़ा इनू थल्ले नूं खिच्चे तो की होऊगा थल्ले नूं लिफ जूगी सैग इनू कहना सैग करना SAG थल्ले नूं सैग कर जूगी किवें दी हो जूगी जिहड़ी रॉड आ साडी स्लैब इदां सीगी ਇਹ स्लैब सैग करके इदां दी हो जाऊ मतलब जिहड़ा पॉइंट इत्थे सी इत्थे आ जाऊगा सो इन्नी डिसप्लेसमेंट मन लीए जे आ जाती आ तो इहनूं कहने आ भी असीं ये इन्नी थल्ले नूं लिफ गई लिफण नूं दा जिहड़ा सिंबल आ वो हैगा डेल्टा लिफण दा सिंबल की आ डेल्टा ते जिहड़ा इस डेल्टा का फॉर्मूला WL क्यूब अपॉन 4BD क्यूब वाई W इत्थे की आ जिहड़ा असीं थल्ले नूं वेट पावांगे L लेंथ ऑफ दी स्लैब 4 का फैक्टर ही आ 4 B इहदी ब्रैड्थ आ ते D इहदा डेप्थ आ वाली सो दिस इज़ दी डेप्थ सो इत्थे असीं इहनूं D लेना तो वाई इज़ दी यंग्स मॉडुलस ऑफ द मटीरियल जिहड़ा भी मटीरियल यूज़ किया वह यंग्स मॉडुलस
ਹੁਣ ਜੇ ਧਿਆਨ ਨਾਲ ਦੇਖੀਏ ਤਾਂ ਜਿਹੜਾ ਡੈਲਟਾ ਇਟ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਡੀ ਕਿਊਬ। ਮਤਲਬ ਇਹ ਕੀ ਹੋਇਆ ਵੀ ਜੇਕਰ ਡੀ ਜ਼ਿਆਦਾ ਹੋਊਗਾ ਤਾਂ ਡੈਲਟਾ ਘੱਟ ਹੋਊਗਾ। ਇਨਵਰਸਲੀ ਪ੍ਰਪੋਰਸ਼ਨਲ ਦਾ ਮਤਲਬ ਇਹ ਹੁੰਦਾ ਵੀ ਜੇਕਰ ਇਧਰਲਾ ਪਾਸਾ ਡੀ ਵਧੂਗਾ ਤਾਂ ਇਹ ਕੀ ਕਰੂਗਾ, ਘਟੂਗਾ। ਕਲੀਅਰ। ਤੇ ਕਿਉਂਕਿ ਇਹਦਾ ਕਿਊਬ ਆ ਨਾਲ ਫਾਰਮੂਲੇ ਦੇ ਵਿੱਚ, ਤਾਂ ਇਹਦਾ ਮਤਲਬ ਜੇਕਰ ਇਹ ਥੋੜਾ ਜਿਹਾ ਵੀ ਵੱਧਦਾ ਤਾਂ ਜੇ 0.1 ਇਨਕਰੀਜ਼ ਹੁੰਦਾ ਡੀ ਤਾਂ ਕਿਊਬ ਹੋ ਕੇ ਉਹਦੀ ਰੇਜ਼ ਟੂ ਪਾਵਰ 3 ਹੋ ਗਈ ਪਾਵਾਂਗੇ ਤਾਂ ਫਿਰ ਉਹ ਐ ਟੇਢਾ ਹੋ ਸਕਦਾ, ਕਿਉਂਕਿ ਉੱਤੇ ਭਾਰ ਆ ਜਾਊਗਾ, ਵਿਚਾਲਿਓਂ ਲਿਫ ਜਾਣਾ, ਉਹਦੀ ਡੀ ਘੱਟ ਹੋਊਗੀ। ਸੋ ਇਸ ਕਰਕੇ ਗਾਰਡਰ ਨੂੰ ਕਿਵੇਂ ਪਾਇਆ ਜਾਂਦਾ, ਇਸ ਤਰੀਕੇ ਨਾਲ। ਸੋ ਇਹਦੇ ਉੱਪਰ ਅਸੀਂ ਰੱਖਦੇ ਹਾਂ। ਸਮਝ ਲੱਗੀ ਗੱਲ। ਸੋ ਇਸ ਤਰੀਕੇ ਨਾਲ ਸਾਡੇ ਕੋਲੇ ਜਿਹੜੀ ਇਲਾਸਟਿਸਿਟੀ ਦੀ ਸਟੱਡੀ ਆ ਉਹ ਇੰਪੋਰਟੈਂਟ ਆ ਇੰਜੀਨੀਅਰਿੰਗ ਦੇ ਸਾਰੇ ਫੀਲਡਸ ਦੇ ਵਿੱਚ। ਕਲੀਅਰ, ਸਮਝ ਲੱਗੀ। ਤੁਸੀਂ ਆਹ ਫਾਰਮੂਲਾ ਰੱਟਾ ਲਾਉਣ ਦੀ ਲੋੜ ਨਹੀਂ, ਤੁਸੀਂ ਸਿਰਫ ਡੈਲਟਾ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ 1/d ਕਿਊਬ ਯਾਦ ਰੱਖਣਾ। ਤੇ ਜੇਕਰ ਇਦਾਂ ਦਾ ਕੁਐਸਚਨ ਆਉਂਦਾ ਵੀ ਵਿਲ ਰਾਈਟ ਹੇਅਰ d is inversely proportional to 1/d cube, therefore if d is greater delta will be less। ਜੇਕਰ ਇਹ ਲੈਸ ਹੋਊਗਾ ਤਾਂ ਸਾਡੀ ਬੀਮ ਆ ਜਿਹੜੀ ਉਹ ਥੱਲੇ ਨੂੰ ਨਹੀਂ ਝੁਕੂਗੀ। ਇਸੇ ਕਰਕੇ ਆਪਣੇ ਇੱਥੇ ਵੀ ਲੈਂਟਰ ਦੇ ਵਿਚਾਲੇ ਤੁਸੀਂ ਦੇਖੋ ਬੀਮ ਪਾਇਆ ਹੋਇਆ, ਇਹਦੀ ਡੈਪਥ ਜ਼ਿਆਦਾ ਆ ਬ੍ਰੈਡਥ ਨਾਲੋਂ। ਇੱਧਰਲੇ ਪਾਸੇ ਨੂੰ ਘੱਟ ਚੌੜੀ ਆ, ਉੱਪਰਲੇ ਪਾਸੇ ਨੂੰ ਜ਼ਿਆਦਾ ਆ। ਉਹਦਾ ਸੇਮ ਇਹੀ ਕਾਰਨ ਆ ਵੀ ਜਿਹੜੀ ਛੱਤ ਆ ਉਹ ਥੱਲੇ ਨੂੰ ਨਾ ਲਿਫ ਜਾਵੇ। ਕਲੀਅਰ ਹੋ ਗਈ ਗੱਲ ਇਹ। ਹੁਣ ਅਗਲਾ ਇੱਕ ਹੋਰ ਇਹਦਾ ਟੌਪਿਕ ਇੰਪੋਰਟੈਂਟ ਆਉਂਦਾ ਬਈ ਜਿਹੜੀਆਂ ਆਪਣੇ ਅਰਥ ਦੇ ਉੱਤੇ ਮਾਊਂਟੇਨਸ ਨੇ, ਪਹਾੜੀਆਂ, ਉਹਨਾਂ ਦੀ ਹਾਈਟ ਆ ਜਿਹੜੀ ਉਹ ਮੈਕਸੀਮਮ ਕਿੰਨੀ ਹੋ ਸਕਦੀ। ਸਭ ਤੋਂ ਉੱਚੀ ਪਹਾੜੀ ਚੋਟੀ ਦਾ ਕਿੰਨੀ ਲੈਂਥ ਆ, ਕਿਹੜੀ ਆ ਚੋਟੀ ਪਹਿਲਾਂ ਤਾਂ ਇਹ ਦੱਸੋ। ਹਾਂਜੀ, ਮਾਊਂਟ ਐਵਰੈਸਟ। ਮਾਊਂਟ ਐਵਰੈਸਟ ਦੀ ਹਾਈਟ ਆ ਜਿਹੜੀ ਕਿੰਨੀ ਆ 8848। ਅੱਗੇ ਮੀਟਰ, ਕਿਲੋਮੀਟਰ, ਸੈਂਟੀਮੀਟਰ, ਇਹ ਤਾਂ ਦੱਸੋ। 8000। ਚਲੋ ਹੁਣੇ ਆਪਾਂ ਦੇਖਦੇ ਹਾਂ ਵੀ ਕੀ ਇਹ ਹੋਰ ਵੱਧ ਸਕਦੀ ਆ ਕਿ ਨਹੀਂ ਵੱਧ ਸਕਦੀ। ਵੱਧ ਸਕਦੀ ਆ, ਕਿੰਨੀ ਕੁ ਵੱਧ ਸਕਦੀ ਆ। ਮਾਊਂਟੇਨ ਆ ਉਹ ਕਿੰਨੀ ਕੁ ਉੱਚੀ ਜਾ ਸਕਦੀ ਆ। ਹੁਣ ਇਹਦਾ ਥਿਊਰੀ ਇਹ ਆ ਵੀ ਜਿਹੜੀ ਮਾਊਂਟੇਨਸ ਹੁੰਦੀਆਂ ਨੇ ਉਹਨਾਂ ਦੇ ਥੱਲੇ ਲਾਵਾ ਹੁੰਦਾ, ਦੇ ਆਰ ਸਪੋਰਟਡ ਬਾਏ ਲਾਵਾ ਔਰ ਸਮ ਅਦਰ ਟਾਈਪਸ ਆਫ ਰੌਕਸ। ਥੱਲੇ ਇੱਦਾਂ ਦੀਆਂ ਚਟਾਨਾਂ ਹੁੰਦੀਆਂ ਜਿਹੜੀਆਂ ਉਹਨੂੰ ਸਪੋਰਟ ਕਰਦੀਆਂ ਨੇ। ਹੁਣ ਜਿਹੜੀਆਂ ਸਪੋਰਟ ਕਰਦੀਆਂ ਨੇ ਉਹਨਾਂ ਦੇ ਉੱਤੇ ਜਿੰਨੀ ਉੱਪਰਲੇ ਪਾਸੇ ਮਾਊਂਟੇਨ ਆ ਉਹਦਾ ਪ੍ਰੈਸ਼ਰ ਪੈਂਦਾ, ਥੱਲੇ ਨੂੰ ਪ੍ਰੈਸ਼ਰ ਪੈਂਦਾ, ਤਾਂ ਜਿਹੜਾ ਉਹ ਪ੍ਰੈਸ਼ਰ ਪੈਂਦਾ ਉਹੀ ਸਪੋਰਟ ਕਰਦਾ। ਉਸ ਪ੍ਰੈਸ਼ਰ ਨੂੰ ਕੌਣ ਸਪੋਰਟ ਕਰਦਾ, ਯੀਲਡ ਸਟਰੈਂਥ ਆਫ ਦੀ ਰੌਕਸ। ਜਿਹੜੀ ਰੌਕਸ ਦੀ ਯੀਲਡ ਸਟਰੈਂਥ ਆ ਥੱਲੇ ਵਾਲੀਆਂ ਦੀ, ਉਹ ਮਾਊਂਟੇਨਸ ਨੂੰ ਸਪੋਰਟ ਕਰਦੀ ਹੈ। ਥੱਲੇ ਆ ਸਾਡੀ ਅਰਥ ਆ, ਇਹ ਜਿੰਨਾ ਥੱਲੇ ਨੂੰ ਪ੍ਰੈਸ਼ਰ ਪਾਉਂਦੀ ਆ ਉਹ ਪ੍ਰੈਸ਼ਰ ਕਿਹਦੇ ਤੇ ਖੜਾ, ਜਿਹੜੀਆਂ ਥੱਲੇ ਰੌਕਸ ਨੇ, ਇੱਥੇ ਰੌਕਸ ਜਿਹੜੀਆਂ ਇਹਨੂੰ ਸਪੋਰਟ ਕਰਦੀਆਂ ਨੇ ਉਹ ਤੇ ਖੜਾ। ਹੁਣ ਇਹਦੀ ਹਾਈਟ ਆ ਜਿਹੜੀ ਉਹ ਸਾਡੇ ਕੋਲ ਐਚ ਆ। ਰੌਕਸ ਦੀ ਯੀਲਡ ਸਟਰੈਂਥ ਇਹਨਾਂ ਨੂੰ ਬੈਲੈਂਸ ਕਰਦੀ ਹੈ। ਯੀਲਡ ਸਟਰੈਂਥ ਮਤਲਬ ਮੈਕਸੀਮਮ ਇਲਾਸਟਿਕ ਲਿਮਿਟ ਆਫ ਰੌਕਸ, ਜਿੰਨੀ ਉਹਨਾਂ ਦੀ ਇਲਾਸਟਿਕ ਲਿਮਿਟ ਆ, ਕਿਉਂਕਿ ਇਲਾਸਟਿਕ ਲਿਮਿਟ ਤੋਂ ਵੱਧ ਤਾਂ ਫਿਰ ਉਹ ਟੁੱਟ ਜਾਣਗੀਆਂ, ਥੱਲੇ ਵਾਲੀਆਂ ਬ੍ਰੇਕ ਹੋ ਜਾਣਗੀਆਂ, ਚੱਲ ਨਹੀਂ ਸਕਣਗੀਆਂ। ਹੁਣ ਅਸੀਂ ਇਹ ਦੇਖਣਾ ਵੀ ਇਹ ਕਿੰਨਾ ਪ੍ਰੈਸ਼ਰ ਝੱਲ ਸਕਦੀਆਂ। ਜਿਹੜੀ ਮੈਕਸੀਮਮ ਲਿਮਿਟ ਇਹਨਾਂ ਦੀ ਉਹ ਕਿੱਥੇ ਤੱਕ ਆ, ਰੌਕਸ ਦੀ ਮੈਕਸੀਮਮ ਇਲਾਸਟਿਕ ਲਿਮਿਟ ਕਿੰਨੀ ਆ ਜਿਹੜੀ ਇੰਨੀ ਹਾਈਟ ਨੂੰ ਪ੍ਰੈਸ਼ਰ ਨੂੰ ਝੱਲਦੀ ਆ। ਤਾਂ ਪ੍ਰੈਸ਼ਰ ਨੂੰ ਅਸੀਂ ਬਰਾਬਰ ਰੱਖ ਲੈਂਦੇ ਆ ਇਕੁਅਲ ਟੂ ਦੀ ਯੀਲਡ ਸਟਰੈਂਥ ਆਫ ਰੌਕਸ, ਥੱਲੇ ਵਾਲੀਆਂ ਰੌਕਸ ਦੇ। ਤਾਂ ਜਿਹੜੀ ਯੀਲਡ ਸਟਰੈਂਥ ਆ ਰੌਕਸ ਦੀ ਉਹ ਵੀ ਅਸੀਂ ਲਗਭਗ ਉਹੀ ਮੰਨ ਕੇ ਚੱਲਦੇ ਹਾਂ ਜਿਹੜੀ ਆਪਾਂ ਸਟੀਲ ਦੀ ਲਈ ਸੀ, ਕਿਉਂਕਿ ਇਹ ਮੰਨਿਆ ਜਾਂਦਾ ਵੀ ਆਇਰਨ ਇਜ਼ ਦੀ ਮੋਸਟ ਅਬੰਡੈਂਟ ਮੈਟਲ ਔਨ ਅਰਥ। ਲੋਹਾ ਹੀ ਆ ਜਿਹੜਾ ਸਭ ਤੋਂ ਜ਼ਿਆਦਾ ਰੌਕਸ ਦੇ ਵਿੱਚ
ਪਾਇਆ ਜਾਂਦਾ, ਤੇ ਉਹੀ ਸਭ ਤੋਂ ਜ਼ਿਆਦਾ ਸਟਰੋਂਗ ਮਟੀਰੀਅਲ ਆ ਜਿਹੜਾ ਵੱਧ ਤੋਂ ਵੱਧ ਸਟਰੈਂਥ ਚੱਲ ਸਕਦਾ। ਸੋ ਇਸ ਕਰਕੇ ਪ੍ਰੈਸ਼ਰ ਦਾ ਫਾਰਮੂਲਾ ਹੁੰਦਾ H rho G, ਇਹ ਆਪਾਂ ਅਗਲੇ ਚੈਪਟਰ ਜਾ ਕੇ ਪੜਾਂਗੇ। ਹਾਈਟ, ਡੈਂਸਿਟੀ, ਗ੍ਰੈਵਿਟੀ। ਹਾਈਟ ਆਹ ਡੈਂਸਿਟੀ ਆਫ ਦੀ ਮਟੀਰੀਅਲ, ਜਿੰਨਾ ਜ਼ਿਆਦਾ ਡੈਂਸ ਆ, ਤੇ ਗ੍ਰੈਵਿਟੀ ਅਰਥ ਦੀ ਜਿੰਨੀ ਆਪਾਂ ਨੂੰ ਪਤਾ। ਸੋ ਇਹਨੂੰ ਬਰਾਬਰ ਅਸੀਂ ਰੱਖਦੇ ਯੀਲਡ ਸਟਰੈਂਥ ਕਿੰਨੀ ਦੱਸੀ ਸੀ 300 × 10⁻⁶ ਨਿਊਟਨ ਪਰ ਮੀਟਰ ਸਕੁਅਰ। ਸੋ ਹਾਈਟ ਅਸੀਂ ਕੱਢਣੀ ਆ, ਇਕੁਅਲ ਟੂ ਆ ਗਿਆ ਸਾਡੇ ਕੋਲੇ 300 × 10⁻⁶ ਨਿਊਟਨ ਪਰ ਮੀਟਰ ਸਕੁਅਰ ਡਿਵਾਈਡਡ ਬਾਏ ਰੋ × ਜੀ। ਜੀ ਦੀ ਵੈਲਿਊ ਤਾਂ ਆ ਗਈ 10 ਮੀਟਰ ਪਰ ਸੈਕਿੰਡ ਸਕੁਅਰ, 10⁻³ 3 × 10⁻³ ਕਿਲੋਗ੍ਰਾਮ ਪਰ ਮੀਟਰ ਕਿਊਬ। ਹੁਣ ਜਦੋਂ ਇਹਨੂੰ ਕੈਲਕੂਲੇਟ ਕਰਦੇ ਆ ਤਾਂ ਜਿਹੜੀ ਸਾਡੇ ਕੋਲੇ ਐਚ ਆ, ਐਚ ਦੀ ਵੈਲਿਊ ਆਉਂਦੀ ਆ ਸਾਡੇ ਕੋਲੇ 10,000 ਮੀਟਰ। ਕਿੰਨੇ ਕਿਲੋਮੀਟਰ ਹੋ ਗਏ? 10 ਕਿਲੋਮੀਟਰ। ਵੱਧ ਤੋਂ ਵੱਧ ਮਾਊਂਟ ਐਵਰੈਸਟ 10 ਕਿਲੋਮੀਟਰ ਉੱਚੀ ਜਾ ਸਕਦੀ ਹੈ। ਹੁਣ ਕਿੰਨੀ ਆ? 8848 ਮੀਟਰ ਹੈ ਨਾ, ਇਹਦਾ ਮਤਲਬ 8.8 ਕਿਲੋਮੀਟਰ ਹੋ ਗਈ। ਠੀਕ ਆ, ਤੇ ਮੈਕਸੀਮਮ ਕਿੱਥੇ ਤੱਕ ਜਾ ਸਕਦੀ ਆ? ਸੋ ਇਸ ਕਰਕੇ ਮਾਊਂਟ ਐਵਰੈਸਟ ਹੋਵੇ ਚਾਹੇ ਕੋਈ ਵੀ ਹੋਰ ਮਾਊਂਟ ਹੋਵੇ, ਕੋਈ ਵੀ ਪਹਾੜੀ, ਉਹ 10 ਕਿਲੋਮੀਟਰ ਤੋਂ ਵੱਧ ਉੱਪਰ ਨਹੀਂ ਜਾ ਸਕਦੀ, ਬਿਕੋਜ਼ ਅਰਥ ਦੀ ਕਰਸਟ ਆ ਜਿਹੜੀ, ਉਹਦੀ ਇਲਾਸਟਿਕ ਲਿਮਿਟ ਕਿੰਨੀ ਹੋ ਗਈ? ਅਸੀਂ ਵੱਧ ਤੋਂ ਵੱਧ ਮੰਨ ਕੇ ਚੱਲੀਏ ਲੋਹੇ ਵਾਲੀ, ਉਹਦੀ ਇਲਾਸਟਿਕ ਸਟਰੈਂਥ ਆ ਜਿਹੜੀ ਉਹ ਇੰਨੀ ਆ। ਇਸ ਤੋਂ ਬਾਅਦ ਫਿਰ ਥੱਲੇ ਵਾਲੀਆਂ ਰੌਕਸ ਕੀ ਹੋਣਗੀਆਂ? ਦਬਣੀਆਂ ਸ਼ੁਰੂ ਹੋ ਜਾਣ। ਕਲੀਅਰ? ਸੋ ਆਹ ਕੁਝ ਸਾਨੂੰ ਪਤਾ ਲੱਗਦਾ ਫਿਜ਼ਿਕਸ ਪੜ੍ਹ ਕੇ। ਇੰਟਰਸਟਿੰਗ ਆ ਨਾ ਚੀਜ਼ਾਂ। ਸੋ ਆਹੀ ਕੁਛ ਅਸੀਂ ਦੇਖ ਸਕਦੇ ਹਾਂ, ਪਰ ਤੁਹਾਨੂੰ ਕੀ ਕਰਨਾ ਪੈਣਾ? ਜਿਵੇਂ ਤੁਸੀਂ ਕਹਿੰਦੇ ਹੋ ਸਾਨੂੰ ਜੀ ਹਜੇ ਸਮਝ ਨਹੀਂ ਲੱਗਦਾ, ਤੁਸੀਂ 10ਵੀਂ ਪੜ੍ਹ ਕੇ ਆਏ ਹੋ, 10ਵੀਂ 'ਚ ਜਿਹੜਾ ਪੜ੍ਹਨ ਦਾ ਪੜ੍ਹਾਉਣ ਦਾ ਮੈਥਡਸ ਨੇ ਉਹ ਸਾਰੇ ਡਿਫਰੈਂਟ ਨੇ ਹੁਣ ਨਾਲੋਂ। ਸੋ ਇਸ ਕਰਕੇ ਤੁਹਾਨੂੰ ਥੋੜ੍ਹਾ ਜਿਹਾ ਔਖਾ ਲੱਗਦਾ, ਬਟ ਜਿਵੇਂ ਜਿਵੇਂ ਤੁਸੀਂ ਪੜ੍ਹੀ ਜਾਓਗੇ ਉਵੇਂ ਉਵੇਂ ਤੁਹਾਨੂੰ ਸੌਖਾ ਲੱਗਣਾ ਸ਼ੁਰੂ ਹੋ ਜਾਊਗਾ। ਠੀਕ ਆ, ਜਿਹੜੀ ਚੀਜ਼ ਸਮਝ ਨਹੀਂ ਲੱਗਦੀ ਉਹ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ, ਦੂਸਰੇ ਦਿਨ ਮੈਨੂੰ ਕੁਐਸਚਨ ਪੁੱਛ ਸਕਦੇ ਹੋ। ਸੋ ਕੋਈ ਵੱਡੀ ਗੱਲ ਨਹੀਂ, ਪਰ ਤੁਹਾਨੂੰ ਟਾਈਮ ਦੇਣਾ ਪਊਗਾ। ਜੇ ਤੁਸੀਂ ਇਹ ਸੋਚੋ ਵੀ ਅਸੀਂ ਪਹਿਲਾਂ ਵਾਂਗੂ ਕਰਦੇ ਰਹੀਏ ਵੀ ਸਕੂਲ 'ਚ ਜਿਹੜਾ ਪੜ੍ਹ ਲਿਆ ਇਟਸ ਇਨਫ, ਨੋ, ਵੀ ਉਦੋਂ ਬਾਅਦ ਛੁੱਟੀ ਨਹੀਂ ਹੈਗੀ। ਉਦੋਂ ਬਾਅਦ ਘਰੇ ਜਾ ਕੇ ਤੁਹਾਨੂੰ ਸਕੂਲ ਨਾਲੋਂ ਦੁੱਗਣਾ ਪੜ੍ਹਨਾ ਪੈਣਾ। ਜੇ ਇੱਥੇ 40 ਮਿੰਟ ਦਾ ਲੈਕਚਰ ਸੁਣਿਆ ਤਾਂ ਘਰੇ ਜਾ ਕੇ ਤੁਹਾਨੂੰ 1 ਘੰਟਾ 40 ਮਿੰਟ ਪੜ੍ਹਨਾ ਪੈਣਾ ਇਸ ਲੈਕਚਰ ਵਾਸਤੇ, ਤਾਂ ਤੁਹਾਨੂੰ ਪੂਰਾ ਨੌਲੇਜ ਬਣੂਗੀ, ਤਾਂ ਤੁਹਾਡੇ ਨਿਊਮੈਰੀਕਲ ਨਿਕਲਣਗੇ। ਹੁਣ ਆਹ ਕੁਐਸਚਨ ਆ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਛੋਟੇ ਮੋਟੇ ਆ ਸਕਦੇ ਆ। ਮਾਊਂਟ, ਕੋਈ ਵੀ ਮਾਊਂਟ ਆ ਜਿਹੜੀ ਉਹ ਕਿੰਨੀ ਹਾਈਟ ਤੱਕ ਜਾ ਸਕਦੀ ਹੈ, ਸੋ ਤੁਸੀਂ ਕੈਲਕੂਲੇਟ ਕਰਕੇ ਦੱਸ ਸਕਦੇ ਹੋ। ਪੋਇਜ਼ਨਸ ਰੇਸ਼ੋ ਕੀ ਆ? ਠੀਕ ਆ, ਸੋ ਇਦਾਂ ਦੇ ਨਿੱਕੇ ਨਿੱਕੇ ਕੁਐਸਚਨ ਆਪਾਂ ਕਹਿੰਦੇ ਨਾ ਵੀ ਕੁਐਸਚਨ ਪੇਪਰ 'ਚ ਕਿਹਾ ਜਾਊ, ਇਦਾਂ ਦੇ ਕੁਐਸਚਨ ਆਉਣੇ ਆ। ਠੀਕ ਆ, ਤੇ ਜਿਵੇਂ ਆਪਾਂ ਪੋਇਜ਼ਨਸ ਰੇਸ਼ੋ ਤੋਂ ਪਹਿਲਾਂ ਕਿਹੜੀ ਸਟਰੇਨ ਪੜ੍ਹੀ ਸੀ? ਲੇਟਰਲ ਸਟਰੇਨ ਕੀ ਆ? ਹੁਣ ਜਿਹੜੇ ਬੱਚੇ ਨੇ ਪੜ੍ਹੀ ਹੋਊ ਉਹਨੂੰ ਹੀ ਪਤਾ ਹੋਊ, ਤੇ ਨਹੀਂ ਤਾਂ ਜਿਹੜੇ ਆਮ ਬੱਚੇ ਉਹਨਾਂ ਨੂੰ ਲੌਂਗੀਟਿਊਡਨਲ ਸਟਰੇਨ ਹੀ ਪਤਾ ਹੁੰਦੀ ਆ। ਸ਼ੀਅਰਿੰਗ ਸਟਰੇਨ ਵੀ ਭੁੱਲ ਜਾਂਦੇ ਆ, ਪਰ ਕੁਐਸਚਨ ਉਹ ਆਊਗਾ ਜਿਹੜਾ ਤੁਸੀਂ ਛੱਡ ਦੋਗੇ। ਇਹ ਯਾਦ ਰੱਖਿਓ, ਜਦੋਂ ਵੀ ਪੜ੍ਹਨ ਲੱਗੇ ਹੋਗੇ ਇੱਕ ਗੱਲ ਧਿਆਨ 'ਚ ਰੱਖਿਓ ਵੀ ਮੈਂ ਜਿਹੜਾ ਚੀਜ਼ ਛੱਡਣ ਲੱਗਿਆ ਉਹ ਪੇਪਰ 'ਚ ਆਊਗੀ। ਜੇ ਇਸ ਤਰੀਕੇ ਨਾਲ ਪੜ੍ਹੋਗੇ ਫਿਰ ਕਦੇ ਨਹੀਂ ਫੇਲ ਹੋ ਸਕਦੇ, ਕਿਉਂਕਿ ਜਦੋਂ ਆਪਾਂ ਕਿਤਾਬ ਪੜ੍ਹਦੇ ਆਪਾਂ ਕਹਿੰਦੇ ਹਾਂ ਯਾਰ ਆਹ ਤਾਂ ਥੋੜ੍ਹਾ ਜਿਹਾ ਔਖਾ ਲੱਗਦਾ, ਇਹਨੂੰ ਛੱਡ ਦਈਏ ਜਾਂ ਇਹਨੂੰ ਫੇਰ ਕਰ ਲਾਂਗੇ। ਬਸ ਇਹ ਮਨ 'ਚ ਪੱਕੀ ਗੱਲ ਮੰਨ ਲਿਓ ਮੇਰੀ ਵੀ ਜਿਹੜੀ ਚੀਜ਼ ਛੱਡੋਗੇ ਉਹ ਪੇਪਰ 'ਚ ਹੋਊ, ਅਤੇ ਫਿਰ ਤੁਸੀਂ ਕਹੋਗੇ ਵੀ ਯਾਰ ਇਹ ਕਰ ਲੈਂਦੇ ਤਾਂ ਵਧੀਆ ਸੀ। ਠੀਕ ਆ, ਅਤੇ ਮੇਰੀ ਗੱਲ ਦਾ ਨਹੀਂ ਯਕੀਨ ਆਉਂਦਾ ਤਾਂ +2 ਵਾਲਿਆਂ ਤੋਂ ਪੁੱਛ ਲਿਓ, ਇੱਦਾਂ ਹੀ ਹੁੰਦਾ। ਜਿਹੜੀ ਚੀਜ਼ ਛੱਡੋਗੇ ਉਹ ਪੇਪਰ 'ਚ ਆਉਂਦੀ ਆ। ਸਮਝ ਗਏ? ਹੁਣ ਇਹਦੇ ਨਾਲ ਆਪਣਾ ਇਹ ਪਹਿਲਾ ਚੈਪਟਰ ਆ ਜਿਹੜਾ ਇਹ ਮੁੱਕ ਜਾਂਦਾ। ਤੁਸੀਂ ਇਹਦੇ ਨਿਊਮੈਰੀਕਲਸ ਵਗੈਰਾ ਸ਼ਾਰਟ ਆਨਸਰ ਟਾਈਪ ਕੁਐਸਚਨਸ ਇਸੇ ਬੁੱਕ ਤੋਂ ਕਰੋਗੇ ਤਾਂ ਬਹੁਤ ਈਜ਼ੀ ਆ। ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ, ਪਿੱਛੇ ਨਾ ਸਮਰੀ ਦਿੱਤੀ ਹੋਈ ਆ, ਆਹ ਵਾਲੀ ਜਿਹੜੀ ਸਮਰੀ ਆ ਇਹਦੇ ਵਿੱਚ ਇਹ ਸਾਰੇ ਛੋਟੇ ਕੁਐਸਚਨ ਹੀ ਆ ਜਿਹੜੇ ਆਪਣੇ ਤੁਹਾਨੂੰ ਇੱਕ ਇੱਕ ਨੰਬਰ ਦੇ ਜਾਂ ਮਲਟੀਪਲ ਚੋਇਸ ਆਉਣੇ ਆ ਜਾਂ ਫਿਲ ਇਨ ਦੀ ਬਲੈਂਕਸ ਆਉਣੀ ਆ ਜਾਂ 2-2 ਨੰਬਰ ਤੱਕ ਕੁਐਸਚਨ ਆਉਣੇ ਆ, ਉਹ ਤੁਹਾਨੂੰ ਇੱਥੋਂ ਲੱਭਣਗੇ। ਉਦੋਂ ਬਾਅਦ ਇੱਥੇ ਲਿਖੇ ਹੋਏ ਆ ਪੁਆਇੰਟਸ ਟੂ ਪੌਂਡਰ, ਕਿਹੜੇ ਕਿਹੜੇ ਪੁਆਇੰਟ ਇਸ ਚੈਪਟਰ ਦੇ ਇੰਪੋਰਟੈਂਟ ਨੇ। ਆਪਾਂ ਕਹਿੰਦੇ ਜੀ ਇੰਪੋਰਟੈਂਟ ਕੁਐਸਚਨ ਦੱਸ ਦਿਓ ਜੀ ਕਿਹੜੇ ਕਿਹੜੇ ਕਹਿੰਦੇ ਆ ਨਾ,
ਉਹ ਆਹੀ ਹੁੰਦੇ। ਤੁਸੀਂ ਇਹ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਦੇ ਕੰਠ ਕਰ ਲਓ, ਚੰਗੀ ਤਰ੍ਹਾਂ ਮਨ 'ਚ ਬਿਠਾ ਲਓ ਬਿਨਾਂ ਡਾਊਟ ਤੋਂ। ਉਸ ਤੋਂ ਬਾਅਦ ਤੁਹਾਡੀ ਐਕਸਰਸਾਈਜ਼ ਸ਼ੁਰੂ ਹੋ ਗਈ। ਐਕਸਰਸਾਈਜ਼ ਦੇ ਕੁਐਸਚਨਸ ਨੂਮੈਰੀਕਲਸ ਹੀ ਨੇ ਬਹੁਤੇ। ਜੇਕਰ ਤੁਸੀਂ ਇਹ ਸੋਲਵ ਕਰ ਸਕਦੇ ਹੋ ਆਪਣੇ ਆਪ, ਇਹਦਾ ਮਤਲਬ ਤੁਹਾਨੂੰ ਆਹ ਚੈਪਟਰ ਤੁਹਾਡਾ ਪੱਕਾ ਤਿਆਰ ਹੋ ਗਿਆ। ਕਿਉਂਕਿ ਨੂਮੈਰੀਕਲ ਉਹ ਬੱਚਾ ਕਰ ਸਕਦਾ ਜਿਹਨੂੰ ਥਿਊਰੀ ਚੰਗੀ ਤਰ੍ਹਾਂ ਆਉਂਦੀ ਆ, ਜਿਹਨੂੰ ਸਮਝ ਲੱਗ ਗਈ ਆ, ਇਕੱਲੀ ਆਉਂਦੀ ਨਹੀਂ, ਜਿਹਨੂੰ ਸਮਝ ਲੱਗ ਗਈ ਆ। ਸਮਝ ਗਏ? ਸੋ ਇਸ ਕਰਕੇ ਬਾਰ-ਬਾਰ ਪੜ੍ਹਨਾ ਪੈਣਾ, ਕਿਉਂਕਿ ਇਟ ਇਜ਼ ਵੈਰੀ ਡਿਫਰੈਂਟ ਫਰੋਮ ਯੂਅਰ ਅਰਲੀਅਰ ਸਟੱਡੀਜ਼। ਜਿਹੜੀਆਂ 10ਵੀਂ ਤੱਕ ਤੁਸੀਂ ਪੜ੍ਹਾਈ ਕੀਤੀ ਆ ਉਹਦੇ ਨਾਲੋਂ ਇਹ ਬਹੁਤ ਫਰਕ ਆ। ਠੀਕ ਹੈ? ਤਾਂ ਹੁਣ ਕੱਲ੍ਹ ਨੂੰ ਆਪਾਂ ਟੇਕ ਅਪ ਕਰਾਂਗੇ ਫਿਰ ਅਗਲਾ ਚੈਪਟਰ, ਅਤੇ ਜਿਹੜੇ ਕੋਈ ਕੁਐਸਚਨ ਹੋਣਗੇ ਮੋਸਟ ਵੈਲਕਮ। ਕਲੀਅਰ?